ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ। ਪੰਜਾਬ ਦਾ ਯੂਥ ਵੱਖ-ਵੱਖ ਮੁਹਿੰਮਾਂ ਦੇ ਵਿੱਚ ਬਿਜ਼ੀ ਹੈ। ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਵੀ ਹੋ ਰਹੀ ਹੈ। ਪੰਜਾਬ ਦੇ ਵਿੱਚ ਆਪਣੀ ਫਸਲ, ਆਪਣੇ ਖੇਤ ਨੂੰ ਬਚਾਉਣ ਵਾਸਤੇ ਸਾਡਾ ਨੌਜਵਾਨ ਸੜਕਾਂ ਤੇ ਧਰਨੇ ਤੇ ਵੀ ਹੈ। ਸਾਡਾ ਉਹ ਨੌਜਵਾਨ ਜਿਹਨੂੰ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ, ਘਰਾਂ ਦੇ ਵਿੱਚ ਬੈਠਿਆ IPL TV ਦੇ ਉੱਪਰ ਵੇਖ ਰਿਹਾ ਹੈ। ਸਾਡਾ ਉਹ ਨੌਜਵਾਨ ਜਿਹੜੀ ਜੌਬ ਹੈਗੀ ਹੈ ਉਹਦੀ ਸਰਚ ਦੇ ਵਿੱਚ ਹੈ। ਸਾਡਾ ਨੌਜਵਾਨ ਜਿਹੜਾ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਵੀ ਵਿਚਾਰਾ ਘੁੰਮ ਰਿਹਾ ਹੈ। ਸੋ ਹੱਲ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ, ਭਾਵੇਂ ਉਹ ਸੜਕ ਤੇ ਬੈਠਾ ਹੈ, ਭਾਵੇਂ ਉਹ ਵਿਦੇਸ਼ ਜਾਣ ਦੀ ਚਾਹਵਾਨ ਹੈ। ਜੇ ਅਸੀਂ ਗੱਲ ਕਿਸਾਨੀ ਦੀ ਕਰਾਂਗੇ ਜਾਂ ਹੋਰ ਮੁੱਦਿਆਂ ਦੀ ਕਰਾਂਗੇ ਤਾਂ ਸ਼ੋਅ ਲੰਮਾ ਹੋ ਜਾਣਾ ਹੈ। 20 ਮਿੰਟ ਦਾ ਸਮਾਂ ਸਾਡਾ, ਕਿਉਂਕਿ ਟਾਰਗੇਟ ਸਿਰਫ ਉਹਨਾਂ ਵਿਦਿਆਰਥੀਆਂ ਲਈ ਹੁੰਦਾ ਜਿਨ੍ਹਾਂ ਨੇ ਵਿਦੇਸ਼ ਜਾਣਾ। ਅੱਜ ਵਿਦੇਸ਼ ਜਾਣ ਵਾਲਾ ਵਿਦਿਆਰਥੀ ਵੀ ਗੁੰਮਰਾਹ ਆ। 2018 ਤੋਂ ਬਾਅਦ ਇੱਕ ਪ੍ਰਵਿਰਤੀ ਪੰਜਾਬ ਦੇ ਵਿੱਚ ਆਈ ਕਿ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਉਹਦਾ ਦੇਸੀ ਭਾਸ਼ਾ ਦੇ ਵਿੱਚ ਨੁਸਖਾ ਇਹ ਸੀਗਾ ਕਿ ਜਿਹੜੀ ਅਸੀਂ 20 ਤੋਂ 30 ਜਾਂ 50,000 ਕੰਸਲਟੈਂਸੀ ਲੈਂਦੇ ਸੀ, ਖਰੀ ਲੈਂਦੇ ਸੀ, ਪਹਿਲਾਂ ਲੈਂਦੇ ਸੀ, ਉਹਨੂੰ ਲੁਕਵੇਂ ਰੂਪ ਦੇ ਵਿੱਚ ਅਸੀਂ ਉਹਦਾ ਜਿਹੜਾ ਰੇਟ ਸੀ ਉਹ ਪਹੁੰਚਾਤਾ 50,000 ਤੋਂ ਲੈ ਕੇ 5 ਲੱਖ ਰੁਪਏ ਦੇ ਵਿੱਚ ਕਿ ਜੀ ਪੈਸੇ ਬਾਅਦ 'ਚ ਲਵਾਂਗੇ। ਕਿੰਨੇ ਲਵਾਂਗੇ ਕੋਈ ਪਤਾ ਨਹੀਂ, ਕਿਹੜੇ ਹਿਸਾਬ ਨਾਲ ਲਵਾਂਗੇ ਕੋਈ ਪਤਾ ਨਹੀਂ, ਪਰ ਜਦੋਂ ਉਹਦਾ ਹਿਸਾਬ ਕਿਤਾਬ ਕੀਤਾ ਜਾਂਦਾ ਸੀ ਤਾਂ ਸਾਰੇ ਖਰਚੇ ਕੱਢ ਕੇ 50,000, ਲੱਖ, 1.5 ਲੱਖ, 2 ਲੱਖ ਬਚ ਜਾਂਦਾ ਸੀ। ਬੱਚਾ ਪੈਕੇਜ ਕਰਦਾ ਕਿਉਂ ਹੈ? ਬੱਚਾ 5 ਤੋਂ 7 ਲੱਖ ਰੁਪਈਆ ਜ਼ਿਆਦਾ ਖਰਚਦਾ ਕਿਉਂ ਹੈ? ਕੰਸਲਟੈਂਟਸ ਕਿਉਂ ਇਸ ਲਾਲਚ ਦੇ ਵਿੱਚ ਪਿਆ ਹੋਇਆ ਹੈ? ਔਰ ਸਭ ਤੋਂ ਵੱਡਾ ਕਾਰਨ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਫਿਊਜ਼ਲਸ ਨੇ, ਬਹੁਤ ਸਾਰੇ ਬੈਨ ਲੱਗੇ। ਉਹਦਾ ਇੱਕੋ ਇੱਕ ਕਾਰਨ ਹੈ ਕਿ ਕੰਸਲਟੈਂਟ ਨੇ ਪੈਕੇਜ ਕੀਤਾ ਹੁੰਦਾ, ਉਹਨੇ ਵਾਰ-ਵਾਰ ਕਾਗਜ਼ ਲਾਈ ਜਾਣੇ ਪੁੱਠੇ ਸਿੱਧੇ, ਤਾਂ ਕਿ ਕਦੇ ਦਾ ਵੀਜ਼ਾ ਆਵੇ, ਕਦੇ ਲੋਟਰੀ ਲੱਗੇ, ਤਾਂ ਕਿ ਉਹ ਆਪਣੀ ਜਿਹੜੀ ਕੰਸਲਟੈਂਸੀ ਹੈ 5 ਲੱਖ ਰੁਪਇਆ ਜੇਬ 'ਚ ਪਾ ਸਕੇ। ਸੋ ਇਹ ਬਹੁਤ ਵੱਡਾ ਮੁੱਦਾ ਹੈ ਜੀ। ਇਹਨੂੰ ਚਰਚਾ ਦਾ ਵਿਸ਼ਾ ਅੱਜ ਬਣਾਉਣ ਲੱਗੇ ਅਸੀਂ ਕਿ ਇੱਕ ਵਿਦਿਆਰਥੀ ਲੀਗਲ ਤਰੀਕੇ ਨਾਲ 2007-08 ਜਦੋਂ ਅਸੀਂ ਸ਼ੋਅ ਕੀਤਾ ਉਦੋਂ ਤੋਂ ਲੈ ਕੇ 18 ਤੱਕ ਕਿਵੇਂ ਜਾਂਦਾ ਸੀ, 18 ਤੋਂ ਅੱਜ ਤੱਕ ਕਿਵੇਂ ਜਾ ਰਿਹਾ ਹੈ, ਤੇ ਆਉਣ ਵਾਲਾ ਫਿਊਚਰ ਜਿਹੜਾ ਹੈਗਾ ਇੱਕ ਪ੍ਰੋਸੈਸਿੰਗ ਸਿਸਟਮ ਦਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਮੇਰੇ ਨਾਲ RS ਗਲੋਬਲ ਤੋਂ ਸੁਖਚੈਨ ਰਾਏ ਜੀ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਰਣਬੀਰ ਭਾਜੀ। ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੁੱਦਾ ਬੜਾ ਵੱਡਾ ਛੇੜਿਆ, ਸਮਾਂ ਸਿਰਫ 20 ਮਿੰਟ ਦਾ ਸਾਡੇ ਕੋਲ, ਬਟ ਫਿਰ ਵੀ ਉਮੀਦ ਕਰਦਾ ਜਿਹੜਾ ਕਿ ਸੰਜੀਦਗੀ ਨਾਲ ਭਰਿਆ ਇੱਕ ਦਰਸ਼ਕ ਆ ਉਹ ਪ੍ਰੋਗਰਾਮ ਧਿਆਨ ਨਾਲ ਵੇਖੇਗਾ, ਵੀਡੀਓ ਚੰਗੀ ਲੱਗੇਗੀ ਸ਼ੇਅਰ ਜ਼ਰੂਰ ਕਰੇਗਾ। ਕਿਉਂਕਿ ਅੱਜ ਅਸੀਂ ਕਿਸੇ ਕੰਟਰੀ ਦੇ ਵੀਜ਼ੇ ਬਾਰੇ ਬਾਬਤ ਗੱਲ ਨਹੀਂ ਕਰਨੀ ਜੋ ਪਿਛਲੇ, ਕਿਉਂਕਿ ਅਸੀਂ ਆਫ ਦਾ ਰਿਕਾਰਡ ਹੁਣੇ ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਤਾਂ ਦੇਖਿਆ ਕਿ ਪਿਛਲੇ 10 ਸਾਲ ਤੋਂ ਇਕੱਠੇ ਸ਼ੋਅ ਕਰ ਰਹੇ ਹਾਂ। ਮੈਂ ਪੁੱਛਿਆ ਭਾਈ ਨੂੰ ਕਿ ਭਾਜੀ 10 ਸਾਲਾਂ 'ਚ ਕੀ ਬਦਲਾਅ ਦੇਖਦੇ ਹੋ, ਤੇ ਕਹਿੰਦੇ ਮੇਰੇ ਕੋਲ ਵਾਕਿਆ ਸ਼ਬਦ ਨਹੀਂ ਹੈਗੇ। ਉਹ ਵਾਕਿਆ ਹਾਲਾਤ ਕਿਵੇਂ ਬਦਲੇ, ਇੱਕ ਬੱਚਾ ਪੈਕੇਜ ਸਿਸਟਮ 'ਚ ਕਿਵੇਂ ਉਹਦੇ 'ਚ ਫਸਿਆ, ਕੰਸਲਟੈਂਟ ਦਾ ਕੀ ਰੋਲ ਸੀ, ਕੀ ਲਾਲ ਸੀਗਾ, ਔਰ ਨੁਕਸਾਨ ਕਿਹਦਾ ਹੋ ਰਿਹਾ, ਇਹਦੇ ਬਾਰੇ ਗੱਲ ਜ਼ਰੂਰ ਕਰਾਂਗੇ। ਅੱਜ ਦੇ ਸ਼ੋਅ ਨਾਲ ਜੁੜੇ ਰਹੋ। ਸਵਾਲ ਪੁੱਛਣਾ ਚਾਹੁੰਦੇ ਹੋ 70509 70509 ਤੇ ਲਾਈਵ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ ਕਿ ਇੱਕ ਬੱਚੇ ਨੂੰ UK ਜਾਣਾ ਜਾਂ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ, ਕੀ ਉਹਨੂੰ ਪੈਕੇਜ ਕਰਨਾ ਚਾਹੀਦਾ? ਕੀ ਸਰਕਾਰ, ਕੀ ਅੰਬੈਸੀਆਂ, ਕੀ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਹ ਇਹ ਕਹਿੰਦੀ ਹੈ ਕਿ ਇੱਕ ਕੰਸਲਟੈਂਟ ਤੁਹਾਡੀਆਂ ਫੀਸਾਂ ਭਰੇ ਜਾਂ ਤੁਹਾਡੇ ਫੰਡ ਸ਼ੋਅ ਕਰਵਾਵੇ ਜਾਂ ਤੁਹਾਡਾ ਗੈਪ ਕਵਰ ਕਰਾਵੇ ਤੇ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ। ਇਹਨਾਂ ਮੁੱਦੇ ਦਾ ਅੱਜ ਗੱਲ ਕਰਾਂਗੇ। ਚੰਗਾ ਲੱਗੇ ਸ਼ੋਅ ਤਾਂ ਸ਼ੇਅਰ ਜ਼ਰੂਰ ਕਰਿਓ। 2012 ਦਾ ਛੋਟਾ ਜਿਹਾ ਵਾਕਿਆ ਸਾਂਝਾ ਕਰੂੰਗਾ। ਵਿਦੇਸ਼ ਜਾਣ ਦਾ ਪਹਿਲੀ ਵਾਰ ਮੌਕਾ ਮਿਲਿਆ ਤਾਂ ਅਸੀਂ ਵੀ ਪੈਕੇਜ ਲੈ ਕੇ ਗਏ ਸੀ ਰਾਜ ਸਾਹਿਬ। ਤਾਂ ਜਿਹੜੀਆਂ ਤਕਲੀਫਾਂ ਚੱਲੀਆਂ ਸੀਗੀਆਂ ਕਿ ਜਹਾਜ਼ ਦੇ ਵਿੱਚ ਜੋ ਸੇਵਾ ਹੋਈ ਬੜੀ ਖਤਰਨਾਕ ਸੀ, ਜਿਹੜੀ ਬੈਨ ਲੈ ਕੇ ਗਈ ਉਹ ਬੜੀ ਖਤਰਨਾਕ ਸੀ। ਇਸ ਤੋਂ ਇਲਾਵਾ ਜੋ ਹੋਟਲ ਸੀ ਉਸ ਕਿਸਮ ਦਾ ਨਹੀਂ ਸੀ। ਜਿੰਨੇ ਵਜੇ ਉਠਾ ਲੈਂਦੇ ਸੀ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਸਰਕਸ ਦੇ ਸ਼ੇਰ ਹਾਂ, ਕਿ ਜਿੰਨੇ ਵਜੇ ਇਹਨਾਂ ਨੇ ਉਠਾਉਣਾ ਉਨੇ ਵਜੇ ਉੱਠਣਾ ਪੈਣਾ, ਜਿੰਨੇ ਵਜੇ ਜੰਗਲੇ 'ਚ ਵਾੜ ਦੇਣਾ ਉਨੇ ਵਜੇ ਵੜਨਾ ਪੈਣਾ। ਪੈਕੇਜ ਦਾ ਇੱਕ ਸਿਸਟਮ ਸੀਗਾ। ਇਹ ਅੱਜ ਗੱਲ ਹੋ ਰਹੀ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਪੈਕੇਜ ਦੀ। ਇਹਦੇ ਬਾਰੇ ਚੀਰ-ਫਾੜ ਇਸ ਤੋਂ ਬਾਅਦ ਕਰਾਂਗੇ। ਮੈਨੂੰ ਤਾਂ ਕਿਤੇ ਕਿਤੇ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਵਿਡ ਦੇ ਦੌਰਾਨ ਹਸਪਤਾਲਾਂ 'ਚ ਕਿਤੇ ਪੈਕੇਜ ਨਾ ਸ਼ੁਰੂ ਹੋ ਜੇ ਵੀ ਜੇ ਮਰੀਜ਼ ਆਇਆ ਬਚ ਗਿਆ ਤੇ 50 ਲੱਖ ਲਵਾਂਗੇ, ਮਰ ਗਿਆ ਤੇ ਨਹੀਂ ਭਾਜੀ ਕਈ ਵੱਡੇ ਹਸਪਤਾਲਾਂ 'ਚ ਆਲਰੇਡੀ ਪੈਕੇਜ ਚੱਲਦੇ ਵੀ ਆ ਕਿ ਤੁਸੀਂ ਇਹਦਾ ਹਾਰਟ ਦਾ ਆਪਰੇਸ਼ਨ ਕਰਾਉਣਾ ਤਿੰਨੇ ਪੈਸੇ ਲਾਵਾਂਗੇ, ਵਿੱਚ ਆਹ ਚੀਜ਼ਾਂ ਇਨਕਲੂਡ ਹੈ। ਚਲੋ ਉਹ ਮੁੱਦਾ ਖੈਰ ਹੋਰ ਆ, ਬਟ ਅਗਰ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਪਾਲਿਸੀ ਮੁਤਾਬਕ, ਤੁਸੀਂ ਕੈਨੇਡਾ ਦੀ CAC ਵੈਬਸਾਈਟ ਤੇ ਜਾ ਕੇ ਪੜ੍ਹੋ। SDS ਕਾਨੂੰਨ ਦੇ ਤਹਿਤ ਅੰਬੈਸੀ ਇਹ ਕਹਿੰਦੀ ਹੈ ਕਿ ਬੱਚੇ ਦੇ ਕੋਲ ਸਾਲ ਦੀ ਫੀਸ ਪੇ ਹੋਣੀ ਚਾਹੀਦੀ ਹੈ, ਸਾਲ ਦਾ ਰਹਿਣ ਸਹਿਣ ਦਾ ਖਰਚਾ ਪੂਰਾ ਹੋਣਾ ਚਾਹੀਦਾ। ਅਗਰ ਇਹ ਸ਼ਰਤਾਂ ਬੱਚਾ ਪੂਰੀਆਂ ਕਰਦਾ, 6 ਬੈਂਡ ਉਹਦੇ ਈਚ ਹੈ, ਤਾਂ ਉਹ ਵੀਜ਼ਾ ਲੈਣ ਦਾ ਹੱਕਦਾਰ। ਕਿਹੜੀ ਸਰਕਾਰ, ਕਿਹੜੀ ਅੰਬੈਸੀ ਦੀ ਪਾਲਿਸੀ ਕਹਿੰਦੀ ਕਿ ਤੁਹਾਡੀ ਫੀਸਾਂ ਬੱਚੇ ਦੀ ਬਜਾਏ ਮਾਂ ਪਿਓ ਦੀ ਬਜਾਏ ਉਹਦਾ ਕੰਸਲਟੈਂਟ ਭਰੇ ਜਾਂ GAC ਉਹ ਭਰੇ? ਯੈਸ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਿਹੜੀ ਕੰਸਲਟੈਂਟ ਦੀ ਫੀਸ ਹੈ ਉਹ ਤੁਸੀਂ ਪੈਕੇਜ ਦਾ ਨਾਮ ਵਰਤ ਲਓ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਫੋਰ ਐਗਜ਼ਾਮਪਲ ਮੈਂ ਲੱਖ ਰੁਪਏ ਲੈਣਾ, ਮੈਂ 25 ਪਹਿਲਾਂ ਲੈਣਾ, 75 ਬਾਅਦ 'ਚ ਲੈਣਾ। ਮੈਂ ਕਿੰਨਾ ਜੀ 25,000 ਛੱਡਿਆ ਪਹਿਲਾਂ, ਲੱਖ ਤੇ ਲੱਖ ਵੀਜ਼ਾ ਲੱਗੂਗਾ ਫਿਰ ਲਊਂਗਾ। ਅਗਰ ਮੈਨੂੰ ਮੇਰੇ ਆਪਣੇ ਕੰਮ ਤੇ ਆਪਣੇ ਤਜਰਬੇ ਤੇ ਭਰੋਸਾ ਹੈ, ਮੈਂ ਜੋ 14 ਸਾਲ 'ਚ ਮਾਰਕੀਟ 'ਚ ਲੋਕਾਂ ਨੂੰ ਦਿੱਤਾ, ਮੈਨੂੰ ਪਤਾ ਮੈਂ ਇਸ ਬੱਚੇ ਦਾ ਵੀਜ਼ਾ ਲੈ ਕੇ ਦੇ ਸਕਦਾ, ਤੇ ਮੈਂ ਆਪਣੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਣ ਦਾ ਹੱਕਦਾਰ ਹੈਗਾ। ਪਰ ਜੇ ਮੈਂ ਕਹਾਂ ਜੀ ਬੱਚਾ ਕਵੇ ਕਿ ਤੁਸੀਂ ਯੂਨੀਵਰਸਿਟੀ ਫੀਸ ਵੀ ਤੁਸੀਂ ਭਰੋ, ਅੰਬੈਸੀ ਫੀਸ ਤੁਸੀਂ ਭਰੋ, ਇੰਸ਼ੋਰੈਂਸ ਦਾ ਵੀ 10-20-30-50,000 ਆਪ ਭਰੋ, ਤਾਂ ਉਹ ਕਿਉਂ ਕੰਸਲਟੈਂਟ ਭਰਦਾ? ਕੀ ਸਾਡੀ ਤੁਹਾਡੀ ਕੋਈ ਰਿਸ਼ਤੇਦਾਰੀ ਹੈ? ਇੱਕ ਮਾਂ ਪਿਓ ਬੱਚੇ ਤੇ ਪੈਸਾ ਲਾਉਂਦਾ ਹੈ,
ਦਾਦਾ ਦਾਦੀ ਲਾ ਦਿੰਦਾ, ਚਾਚਾ ਤਾਇਆ ਲਾ ਦਿੰਦਾ, ਕੋਈ ਗਵਾਂਢੀ ਤੁਹਾਡੇ ਬੱਚੇ ਦੇ ਪੈਸੇ ਲਾਉਂਦਾ? ਨਹੀਂ ਲਾਉਂਦਾ। ਕੰਸਲਟੈਂਟ ਤੁਹਾਡੇ ਬੱਚੇ ਦੇ ਪੈਸਾ ਮੈਂ ਇਹ ਟੋਕਣਾ ਚਾਹੂੰਗਾ, ਯਾਦ ਹੋਣਾ ਤੁਹਾਨੂੰ ਜਦੋਂ ਆਸਟ੍ਰੇਲੀਆ ਕਹਿੰਦਾ ਸੀ ਕਿ ਥਰਡ ਪਾਰਟੀ ਸਪਾਂਸਰ ਕਰ ਸਕਦੀ ਹੈ ਪਰ ਰਿਲੇਸ਼ਨ ਨਾਲ ਦਿਖਾਓ। ਅੱਜ ਜੀਟੀ ਜਿਹੜਾ ਟਰਮ ਬਣਿਆ ਜੈਨੂਨ ਟੈਂਪਰੇਰੀ ਐਂਟਰੈਂਟ ਇਸੇ ਲਈ ਬਣਿਆ। ਕਿਉਂ 20 22 25 ਲੱਖ ਫੰਡ ਦਿਖਾਉਣੇ ਪੈਂਦੇ ਆ? ਮਾਪਿਓ ਦੇ ਨਾਂ ਤੇ ਦਿਖਾਉਣੇ ਪੈਂਦੇ। ਕੋਈ ਕਹਿੰਦੇ ਜੀ ਆਰਐਸ ਗਲੋਬਲ ਜਿਹੜਾ ਕੰਸਲਟੈਂਟ ਆਪਣੇ ਨਾਮ ਤੇ ਫੰਡ ਦਿਖਾ ਦੇ, ਬੱਚੇ ਨੂੰ ਵੀਜ਼ਾ ਦੇ ਦਾਂਗੇ। ਅਗਰ ਕਿਸੇ ਕੰਸਲਟੈਂਟ ਨੇ ਆਪਣੇ ਨਾਮ ਤੇ ਫੰਡ ਵਿਖਾਏ ਆ, ਬੱਚੇ ਦਾ ਵੀਜ਼ਾ ਲੱਗਾ, ਦਿਖਾ ਦਿਓ। ਜਾਂ ਕੋਈ ਇਹੋ ਜਿਹਾ ਕੰਸਲਟੈਂਟ ਮੈਨੂੰ ਪੰਜਾਬ ਦਾ ਇੱਕ ਦੱਸ ਦਿਓ ਹੱਥ ਖੜਾ ਕਰਕੇ ਜਿੰਨੇ ਕੇਵਲ ਆਪਦੀ ਜਿਹੜੀ 50,000 10,000 ਫੀਸ ਕੰਸਲਟੈਂਟ ਦੇ ਕੰਸਲਟੈਂਸੀ ਰੂਪ ਚ ਵੀਜ਼ਾ ਲੱਗਣ ਤੋਂ ਬਾਅਦ ਲਈ ਆ। ਘੱਟੋ ਘੱਟ 4 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਟੋਕਾ ਲੱਗਦਾ। ਔਰ ਮੋਹਾਲੀ ਦਫ਼ਤਰ ਬੈਠ ਕੇ ਇੰਨਾ ਕੁ ਜ਼ਿਆਦਾ ਮਨ ਨੂੰ ਦੁੱਖ ਪਹੁੰਚਿਆ ਮੇਰਾ ਪਿਛਲੇ ਹਫ਼ਤੇ, ਜਿਸ ਕਰਕੇ ਅੱਜ ਮੈਨੂੰ ਸ਼ੋਅ ਇਹ ਕਰਨਾ ਪਿਆ। ਕੰਸਲਟੈਂਟ ਨੇ ਭਾਜੀ ਪੈਕੇਜ ਦੇ ਨਾਂ ਤੇ ਬੱਚੇ ਦੀ ਫਾਈਲ ਚ ਲਾਇਆ ਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ, ਕਿਉਂਕਿ ਉਸ ਕੇਸ ਵਿੱਚ ਬੱਚਾ ਪੁੱਛਣ ਦਾ ਹੱਕਦਾਰ ਨਹੀਂ, ਕੰਸਲਟੈਂਟ ਦੱਸਦਾ ਕੁਝ ਨਹੀਂ। ਬਥੇਰੇ ਕੰਸਲਟੈਂਟ ਇਹੋ ਜਿਹੇ ਨੇ, ਕੋਈ ਵੱਡੇ ਨਾਮ ਆ ਕੋਈ ਛੋਟੇ ਨਾਮ ਆ, ਬੱਚੇ ਦੀ ਫਾਈਲ ਨਾਲ ਕੀ ਕੀਤਾ ਜਾਂਦਾ, ਉਹਦੀ ਫਾਈਲ 'ਚ ਕੀ ਲਗਾਇਆ ਜਾਂਦਾ, ਬੱਚੇ ਨੂੰ ਪਤਾ ਕੁਝ ਨਹੀਂ। ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਨਾਲ 5 ਤੋਂ 10 ਸਾਲ ਦਾ ਬੈਨ ਲੱਗਾ ਹੁੰਦਾ। ਅੱਜ ਯੂਕੇ ਦੀ ਬੜੀ ਚੰਗੀ ਪ੍ਰੋਫਾਈਲ ਸੀ, ਬੜੀ ਵਧੀਆ ਪ੍ਰੋਫਾਈਲ ਸੀ, ਜਿਹਦਾ ਹੱਸ ਕੇ ਵੀਜ਼ਾ ਆਉਣਾ ਸੀ। ਬੱਚੇ ਨੇ ਸਿਰਫ ਇਸ ਲਾਲਚ ਨੂੰ ਕਿ ਮੇਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਮੈਂ ਕੰਸਲਟੈਂਟ ਨੂੰ ਦੇਣੀ ਆ, ਜਿਹੜਾ ਉਹਦਾ ਖਰਚਾ 10 ਲੱਖ ਰੁਪਏ ਆਉਣਾ ਸੀਗਾ, 15 ਲੱਖ ਦਾ ਪੈਕੇਜ ਵੀ ਕੀਤਾ, 10 ਸਾਲ ਦਾ ਬੈਨ ਵੀ ਲਵਾਤਾ ਉਸ ਬੱਚੇ ਨੂੰ। ਔਰ ਉਸ ਬੱਚੇ ਨੂੰ ਵੀ ਨਹੀਂ ਪਤਾ ਮੇਰੀ ਕਿਹੜੀ ਯੂਨੀਵਰਸਿਟੀ 'ਚ ਆਫਰ ਲੈਟਰ ਮੰਗਾਈ ਗਈ ਹੈ, ਮੇਰਾ ਕਿਹੜੀ ਯੂਨੀਵਰਸਿਟੀ 'ਚ ਕੇਸ ਅਪਲਾਈ ਕੀਤਾ ਗਿਆ, ਮੇਰੇ ਪੇਪਰ ਨਾਲ ਕੀ ਲੱਗੇ, ਮੇਰੇ ਫੰਡ ਨਾਲ ਕੀ ਲੈ ਗਏ। ਹੁਣ ਜਿਹੜਾ ਬੱਚਾ ਇੱਕ ਵਾਰ ਰਿਫਿਊਜ਼ ਹੋਇਆ, ਚਲੋ ਕੋਈ ਗੱਲ ਨਹੀਂ ਹੋਇਆ, ਦੁਬਾਰਾ ਸਾਰੀ ਜ਼ਿੰਦਗੀ ਅਪਲਾਈ ਕਰਨ ਤੋਂ ਸਖਣਾ ਰਹਿ ਜਾਣਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਕੰਸਲਟੈਂਟ ਨੇ ਪਿਛਲੀ ਫਾਈਲ 'ਚ ਲਾਇਆ ਕੀ ਸੀ। ਸੋ ਰੱਬ ਦਾ ਵਾਸਤਾ ਉਹਨਾਂ ਬੱਚਿਆਂ ਨੂੰ ਬੇਨਤੀ, ਉਹਨਾਂ ਦੇ ਮਾਪਿਆਂ ਨੂੰ ਬੇਨਤੀ ਹੈ, ਪੈਕੇਜ ਸਿਰਫ ਉਦੋਂ ਕਰੋ ਜਦੋਂ ਕੰਸਲਟੈਂਟ ਦੀ ਫੀਸ ਦਾ ਮਾਮਲਾ ਆਉਂਦਾ। ਕਿਸੇ ਕੰਸਲਟੈਂਟ ਦੀ ਫੀਸ 50,000 ਆ, ਕਿਸੇ ਦੀ ਕੰਸਲਟੈਂਟ ਫੀਸ ਲੱਖ ਰੁਪਇਆ, ਉਹਨੂੰ ਕੋਈ ਤੇਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ, 10,000 20,000 ਵੱਧ ਲੈ ਲਈ, ਬਟ ਬਾਕੀ ਸਰਕਾਰੀ ਖਰਚੇ ਮੇਰਾ ਭਾਵ ਇੱਕ ਜਿਹੜੀ ਤੁਸੀਂ ਸਰਕਾਰੀ ਯੂਨੀਵਰਸਿਟੀ ਪੜ੍ਹਨ ਜਾ ਰਹੇ ਹੋ, ਕੈਨੇਡਾ ਦੇ ਕਿਸੇ ਕਾਲਜ ਪੜ੍ਹਨ ਜਾ ਰਹੇ ਹੋ, ਉਹਦੀ ਫੀਸ ਆਪਦੇ ਅਕਾਊਂਟ 'ਚੋਂ, ਆਪਦੇ ਮਾਪਿਓ ਦੇ ਅਕਾਊਂਟ 'ਚੋਂ ਸਿੱਧਾ ਕਾਲਜ ਖਾਤੇ ਪਾਓ, ਕਿਸੇ ਕੰਸਲਟੈਂਟ ਖਾਤੇ ਪਾਉਣ ਦੀ ਲੋੜ ਨਹੀਂ। GAC ਅਕਾਊਂਟ ਖੋਲ੍ਹਣਾ, ਉਹਦੀ ਫੀਸ ਤੁਸੀਂ ਆਪਣੇ ਆਪ ਭਰੋ। ਤੁਸੀਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਯੂਨੀਵਰਸਿਟੀ ਦੀ ਫੀਸਾਂ UK 'ਚ ਪੜ੍ਹਨਾ ਚਾਹੁੰਦੇ ਹੋ, ਯੂਨੀਵਰਸਿਟੀ ਫੀਸ ਆਪ ਭਰੋ। ਜਦੋਂ ਪੈਕੇਜ ਕਰਦੇ ਹੋ, ਮੈਂ ਇਹੋ ਜਿਹੇ ਵੇਖਦਾ ਬੱਚੇ ਨਾਲ ਪੈਕੇਜ 15 ਲੱਖ ਦਾ ਕੀਤਾ ਜਾਂਦਾ ਰਮਨੀਤ ਭਾਜੀ, ਉਹ ਕੇਵਲ ਫੀਸ 2,000 ਤੋਂ ਲੈ ਕੇ 3,000 ਪਾਉਂਡ ਭਰੀ ਜਾਂਦੀ ਹੈ। ਤੁਸੀਂ 100 ਰੁਪਏ ਨਾਲ ਗੁਣਾ ਕਰੋ, 2 ਤੋਂ 3 ਲੱਖ ਫੀਸ ਬਣੀ, ਬਾਕੀ 12 ਲੱਖ ਰੁਪਏ ਦਾ ਕੌਣ ਜ਼ਿੰਮੇਵਾਰ ਹੈ? ਉਹੀ ਜਿਹੜਾ ਬੱਚਾ, ਮੈਂ ਆਪਣੇ ਦਫ਼ਤਰ ਦੀ ਗੱਲ ਕਰਦਾ, ਪਿਛਲੇ ਮਹੀਨੇ ਦੀ ਗੱਲ ਹੈ, ਬੱਚਾ ਮੇਰੇ ਕੋਲ ਆਲਰੇਡੀ ਵੀਜ਼ਾ ਲਵਾ ਕੇ ਗਿਆ, ਉਹਦਾ ਟੋਟਲ ਖਰਚਾ 8 ਤੋਂ 10 ਲੱਖ ਰੁਪਏ ਆ, ਯੂਨੀਵਰਸਿਟੀ ਦੀ ਫੀਸ, ਐਮਬੈਸੀ ਫੀਸ, ਇੰਸ਼ੋਰੈਂਸ ਪਵਾ ਕੇ UK ਦਾ। ਮੈਂ ਆਪਣੀ ਕੰਸਲਟੈਂਸੀ ਫੀਸ ਪੜ੍ਹਾ ਤਾਂ ਵੀ ਖਰਚਾ 11 ਲੱਖ ਤੋਂ ਵੱਧ ਨਹੀਂ ਆਉਂਦਾ। ਉਹੀ ਉਹਦੇ ਕਿਸੇ ਹੋਰ ਰਿਸ਼ਤੇਦਾਰ ਨੇ 16 ਲੱਖ ਰੁਪਏ ਦਾ ਕਿਸੇ ਜਲੰਧਰ ਦੇ ਹੋਰ ਏਜੰਟ ਨਾਲ ਪੈਕੇਜ ਕੀਤਾ ਸੀ। ਹਾਲ ਤੱਕ ਨਾ ਉਸ ਬੱਚੇ ਦੀ ਆਫਰ ਲੈਟਰ ਦਾ ਪਤਾ ਹੈ, ਨਾ ਉਸ ਬੱਚੇ ਦੇ ਕੈਸ਼ ਲੈਟਰ ਦਾ ਪਤਾ ਹੈ। ਹੁਣ ਕਹਿੰਦੇ ਨੇ ਕਾਨੂੰਨ ਬਦਲ ਗਏ ਤੇ ਹੁਣ ਮੇਰੀ ਐਡਮਿਸ਼ਨ ਕੈਂਸਲ ਕਰਤੀ ਯੂਨੀਵਰਸਿਟੀ ਨੇ। ਸੋ ਪਾਰਦਰਸ਼ਤਾ ਦੇ ਨਾਲ ਕੰਮ ਕਰੋ, ਟਰਾਂਸਪੇਰੈਂਸੀ ਨਾਲ ਕੰਮ ਕਰੋ। ਵੀਜ਼ੇ ਨੂੰ ਇੱਕ ਇਹੋ ਜਿਹਾ ਤੁਸੀਂ ਮਤਲਬ ਇੱਕ ਪ੍ਰੋਡਕਟ ਬਣਾਤਾ, ਬਸ ਸਾਨੂੰ ਵੀਜ਼ਾ ਚਾਹੀਦਾ। ਇਹ ਕੰਸਲਟੈਂਸੀ ਦਾ ਧੰਦਾ ਹੈ ਰਣਬੀਰ ਭਾਜੀ, ਪ੍ਰੋਫੈਸ਼ਨ ਹੈ। ਜਿਵੇਂ ਇੱਕ ਡਾਕਟਰ ਕਿਸੇ ਬੱਚੇ ਦੀ ਜਾਂ ਕਿਸੇ ਬੰਦੇ ਦੀ ਮਰੀਜ਼ ਦੀ ਜਾਨ ਬਚਾਉਂਦਾ ਹੈ, ਇੱਕ ਚੰਗਾ ਐਜੂਕੇਸ਼ਨ ਕੰਸਲਟੈਂਟ ਜਿਹੜਾ ਓਵਰਸੀ ਐਜੂਕੇਸ਼ਨ ਨੂੰ ਡੀਲ ਕਰਦਾ ਹੈ, ਉਹ ਬੱਚੇ ਦੀ ਜ਼ਿੰਦਗੀ ਬਣਾਉਂਦਾ ਹੈ। ਪਰ ਜੇ ਕੋਈ ਮੇਰਾ ਕੰਸਲਟੈਂਟ ਭਰਾ ਜਾਂ ਬੱਚਾ ਜਾਂ ਉਹਦਾ ਮਾਪਿਓ ਇਸ ਚੀਜ਼ ਦੇ ਵਾਕਈ ਮਾਇਨੇ ਸਮਝੇ ਤਾਂ ਅੱਜ ਇੱਕ ਬੱਚਾ ਗ੍ਰੈਜੂਏਸ਼ਨ ਕਰਕੇ, +2 ਕਰਕੇ ਜਾਂ ਕੋਈ ਡਿਗਰੀ ਡਿਪਲੋਮਾ ਕਰਕੇ ਕਿਸੇ ਕੰਸਲਟੈਂਟ ਦਫ਼ਤਰ ਆਉਂਦਾ, ਉਹ ਵੀਜ਼ੇ ਲੈਣ ਦੀ ਭੁੱਖ ਨਾਲ ਨਹੀਂ ਆਉਂਦਾ, ਉਹ ਇੱਕ ਚੰਗੇ ਫਿਊਚਰ ਦੀ ਭੁੱਖ ਨਾਲ ਆਉਂਦਾ ਹੈ ਕਿ ਕੱਲ੍ਹ ਨੂੰ ਮੈਂ ਪੜ੍ਹ ਕੇ ਇੱਕ ਚੰਗੇ ਮੁਲਕ 'ਚ ਸੈਟਲ ਹੋ ਜਾਊਂਗਾ, ਮੇਰੀ ਜ਼ਿੰਦਗੀ, ਮੇਰੇ ਬੱਚੇ ਅੱਗੇ, ਮੇਰਾ ਭਵਿੱਖ ਸਵਰ ਜਾਊਗਾ। ਬਟ ਮੁਹਾਂਦਰਾ ਬਦਲ ਚੁੱਕਾ ਪਿਛਲੇ ਕੁਝ ਸਾਲਾਂ ਤੋਂ। ਜੇ 4-5 ਸਾਲ ਤੋਂ ਵੇਖੀਏ, ਇੱਕ ਬੱਚਾ ਕਿਉਂ ਇਨਵੋਲਵ ਹੋ ਜਾਂਦਾ? ਬੱਚਾ ਜਦੋਂ ਕੋਈ ਟੀਵੀ ਤੇ ਬੋਲਦਾ ਹੈ, ਅਖਬਾਰ 'ਚ ਐਡ ਦੇ ਦਿੰਦਾ, ਇੱਕਦਮ ਪਿੱਛੇ ਕਿਉਂ ਭੱਜ ਲੈਂਦਾ ਕਿ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਮੈਂ ਇੱਥੋਂ ਹੀ ਵੀਜ਼ਾ ਲਵਾਉਣਾ? ਹਮੇਸ਼ਾ ਮਨੁੱਖੀ ਫਿਤਰਤ ਰਣਵੀਰ ਭਾਜੀ ਜਿਹੜੀ ਲੁਭਾਵਣੀ ਚੀਜ਼ ਆ, ਉਹ ਸਾਨੂੰ ਜਲਦੀ ਅਟਰੈਕਟ ਕਰਦੀ ਹੈ। ਅੱਜ ਇਸ ਮੰਚ ਤੇ ਮੈਂ ਬੋਲਦਾ ਪਿਆ ਜੀ ਮੈਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ, ਤੁਸੀਂ ਬੋਲਦੇ ਪਏ ਜੀ ਅਸੀਂ ਪੈਸੇ ਪਹਿਲਾਂ ਲਾਵਾਂਗੇ, ਲੋਕ ਤੁਹਾਡੇ ਕੋਲ ਥੋੜੀ ਮੇਰੇ ਕੋਲ ਲਾਉਣਗੇ। ਉਹਨੂੰ ਪਤਾ ਨਹੀਂ ਮੈਂ ਪੈਸੇ ਵੱਧ ਦਊਂਗਾ, ਪਰ ਮੈਨੂੰ ਪਤਾ ਰਾਹੀ ਨੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ। ਅਸੀਂ ਵੀ UK ਦੇ ਕੁਝ 5-7 ਬੱਚਿਆਂ ਦੇ ਪੈਕੇਜ ਕੀਤੇ ਜਿਹੜੇ ਬੱਚੇ ਗਰੀਬ ਪਰਿਵਾਰ ਤੋਂ ਸੀ, ਕੁਝ ਕੈਨੇਡਾ ਦੇ ਪੈਕੇਜ ਕੀਤੇ ਜਿਨ੍ਹਾਂ ਬੱਚਿਆਂ ਦੀ ਫੀਸ ਜਾਣੀ ਵੀਜ਼ਾ ਲੱਗਣ ਤੋਂ ਬਾਅਦ ਸੀ। ਬਟ ਮੈਂ ਇਸ ਮੰਚ ਤੇ ਕਈ ਵਾਰ ਬੋਲਿਆ ਸੀ ਤੁਹਾਡੇ ਨਾਲ ਵੀ, ਰਮਨ ਭਾਈ ਨਾਲ, ਕਿ ਮੈਂ ਪੈਕੇਜ ਦੇ ਹੱਕ 'ਚ ਨਹੀਂ, ਬਟ ਯੈਸ ਮੈਂ ਬਿਜ਼ਨਸਮੈਨ ਆ। ਐਟ ਦ ਐਂਡ ਆਫ ਦਾ ਮੰਥ ਮੈਂ ਵੀ ਸਟਾਫ ਨੂੰ ਤਨਖਾਹਾਂ ਦੇਣੀਆਂ, ਮੈਂ ਵੀ ਖਰਚੇ ਕੱਢਣੇ, ਬਟ ਮੈਂ ਕਦੇ ਵੀ ਦਿਲੋਂ, ਜੇ ਮੈਂ ਇੱਕ ਐਜ਼ ਆ ਕੰਸਲਟੈਂਟ ਗੱਲ ਕਰਾਂ, ਆਪਣੇ ਪੇਸ਼ੇਵਰ ਕੰਸਲਟੈਂਟ ਵੱਲੋਂ ਸੋਚਾਂ, ਮੇਰਾ ਦਿਲ ਕਦੇ ਨਹੀਂ ਚਾਹੁੰਦਾ ਕਿ ਮੈਂ ਬੱਚੇ ਕੋਲ 1-2 ਲੱਖ ਵੱਧ ਲਵਾਂ ਔਰ ਪੈਕੇਜ ਕਰਾਂ। ਮੈਂ ਫਿਰ ਵੀ ਠੋਕ ਵਜਾ ਕੇ ਕਹਿਣਾ ਕਿ ਅਗਰ ਆਪਣੇ ਮਾਪਿਓ ਦਾ ਪੈਸਾ ਖਰਾਬ ਕਰਨਾ ਚਾਹੁੰਦੇ ਹੋ, ਤੁਹਾਡੇ ਮਾਪਿਓ ਕੋਲ ਵਾਕਈ ਇੰਨਾ ਫਾਲਤੂ ਪੈਸਾ ਪਿਆ ਵੀ ਉਹ 1,00,000 2 ਲੱਖ 3 ਲੱਖ ਕਿਸੇ ਦੀ ਫਾਲਤੂ ਜੇਬ ਭਰ ਸਕਦੇ ਆ, ਤੇ ਮੈਂ ਪੈਕੇਜ ਕਰਨ ਨੂੰ ਤਿਆਰ ਹਾਂ। ਬਟ ਇਹ ਗਲਤ ਪਿਰਤ ਹੈ, ਇਹਦਾ ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ ਖਮਿਆਜ਼ਾ ਤੁਹਾਨੂੰ, ਸਾਨੂੰ, ਇਸ ਇੰਡਸਟਰੀ ਨੂੰ ਔਰ ਆਉਣ ਵਾਲੀ ਅੱਗੀ ਜਨਰੇਸ਼ਨ ਨੂੰ ਭੁਗਤਣਾ ਪਏਗਾ। ਰਾਈ ਸਾਹਿਬ, ਜਿਹੜੇ ਦੇਸ਼ਾਂ ਦੇ ਵਿੱਚ ਬੱਚੇ ਨੇ ਫੀਸ ਆਪ ਭਰਨੀ ਹੈ, ਉਹਦੇ ਲਈ ਲੀਗਲ ਜ਼ਿੰਮੇਵਾਰੀ ਉਹਦੀ ਹੈ, ਬਿਲਕੁਲ ਉੱਥੇ ਅਸੀਂ ਪੈਕੇਜ ਕਰਦੇ ਹਾਂ। ਜਿਹੜੇ ਦੇਸ਼ ਖੁਦ ਕਹਿੰਦੇ ਨੇ ਕਿ ਜੀ ਫੀਸ ਬਾਅਦ 'ਚ ਭਰ ਦਿਓ, ਉਹਨਾਂ ਦਾ ਅਸੀਂ ਜ਼ਿਕਰ ਹੀ ਨਹੀਂ ਕਰਦੇ।
ਅੱਜ ਨਿਊਜ਼ੀਲੈਂਡ ਦੀ ਗੱਲ ਹੀ ਨਹੀਂ ਹੋ ਰਹੀ, ਕਿਉਂਕਿ ਉਹ ਤਾਂ ਚਲੋ ਠੀਕ ਹੈ ਕੋਵਿਡ ਕਰਕੇ ਪ੍ਰੋਬਲਮ ਹੈ। ਉਸ ਤੋਂ ਪਹਿਲਾਂ ਵੀ ਕੋਈ ਨਹੀਂ ਕਹਿੰਦਾ ਸੀ ਕਿ ਮੈਂ ਨਿਊਜ਼ੀਲੈਂਡ ਕਰਦਾ ਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ, ਤਾਂ ਨਿਊਜ਼ੀਲੈਂਡ ਆਪ ਹੀ ਲੈਂਦਾ ਹੈਗਾ। ਜਿਹੜਾ ਦੇਸ਼ ਨਹੀਂ ਲੈਂਦਾ ਉਹਨੂੰ ਪ੍ਰਮੋਟ ਕਰਦੇ ਆ। ਹੁਣ ਸਿੰਗਾਪੁਰ ਦੀ ਗੱਲ ਕਰਦੇ ਆਪਾਂ, ਫੀਸ ਜਾਂਦੀ ਵੀਜ਼ਾ ਲੱਗਣ ਤੋਂ ਬਾਅਦ। ਮਾਲਟਾ ਦੀ ਗੱਲ ਕਰਦੇ ਆ, ਅਸੀਂ ਪੈਕੇਜ ਕਰਦੇ ਮਾਲਟਾ ਦਾ, ਕਿਉਂਕਿ ਫੀਸ ਜਾਣੀ ਵੀਜ਼ਾ ਲੱਗਣ ਤੋਂ ਬਾਅਦ। ਬਟ ਮੈਂ ਇਹ ਨਹੀਂ ਕਹਿੰਦਾ ਨਾ ਜਿੱਥੇ ਤੁਹਾਡਾ ਖਰਚਾ 5 ਲੱਖ ਹੋਣਾ ਮੈਂ 10 ਲੱਖ ਲਵਾਂਗਾ। ਕਾਲਜ ਯੂਨੀਵਰਸਿਟੀ ਫੀਸ 5000 ਯੂਰੋ ਤੋਂ ਲੈ ਕੇ 7500 8000 ਯੂਰੋ ਰਣਬੀਰ ਭਾਜੀ ਫੀਸ ਹੈ। ਤੁਸੀਂ 200 300 ਯੂਰੋ ਪਹਿਲਾਂ ਕਾਲਜ ਭਰਨੀ, ਆਪਣੇ ਸਿੱਧਾ ਕ੍ਰੈਡਿਟ ਕਾਰਡ ਚੋਂ ਕਾਲਜ ਭਰਨੀ, ਕਾਲਜ ਨੇ ਤੁਹਾਨੂੰ ਵੈਲਿਊ ਦੇਣਾ, ਤੁਸੀਂ ਆਪਦਾ ਵੀਜ਼ਾ ਅਪਲਾਈ ਕਰਨਾ। ਤੁਹਾਡੀ ਐਮਬੈਸੀ ਫੀਸ 100 ਯੂਰੋ ਹੈ, 8500 ਰੁਪਈਆ ਤੁਸੀਂ ਭਰਨੀ ਹੈ। ਤੁਹਾਡੀ ਇੰਸ਼ੋਰੈਂਸ ਕਰਾਉਣੀ ਹੈ 30000 ਯੂਰੋ ਦੇ ਬਰਾਬਰ ਦੀ, 5-7 ਹਜ਼ਾਰ 'ਚ ਹੋ ਜਾਂਦੀ ਹੈ। ਪੇਪਰ ਆਪਣੇ ਪੋਸਟ ਕਰਾਉਣੇ ਦਿੱਲੀੋਂ ਪਟਿਆਲਾ, ਉਸ ਤੋਂ ਜਾ ਕੇ 2-4 ਹਜ਼ਾਰ ਰੁਪਏ ਉਹਦਾ ਖਰਚਾ ਆਉਂਦਾ। ਇਹ ਸਟਾਰਟਿੰਗ ਤੁਸੀਂ 30-40 ਹਜ਼ਾਰ ਰੁਪਏ ਆਪਣਾ ਭਰੋ ਵੀਜ਼ਾ ਲੱਗਣ ਤੋਂ ਬਾਅਦ, ਜੋ ਯੂਨੀਵਰਸਿਟੀ ਕਾਲਜ ਦੀ ਫੀਸ ਉਹ ਦਿਓ ਐਂਡ ਕੰਸਲਟੈਂਟ ਉਹਦੀ ਫੀਸ ਦਿਓ। ਪਰ ਇਹੋ 5 ਲੱਖ ਦੀ ਚੀਜ਼ ਮੁੜ ਕੇ 10 ਲੱਖ 'ਚ ਵੇਚੀ ਜਾਂਦੀ, ਕਹਿ ਕੇ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸਾਡੇ ਕੋਲ ਬੱਚੇ ਵੀ ਆਉਂਦੇ ਆ, ਮੇਰਾ ਸ਼ੋਅ ਵੇਖ ਕੇ ਕਈ ਬੱਚੇ ਇਸ ਗੱਲ ਨਾਲ ਹਾਮੀ ਭਰਨਗੇ। ਮੈਂ ਵੀ ਖੁਦ ਕਿਹਾ ਵੀ ਪੈਕੇਜ ਕਰਦੇ ਆ, ਕਿਉਂਕਿ ਮਾਲਟਾ ਵਿੱਚ ਪੈਸੇ ਜਾਣੇ ਵੀਜ਼ਾ ਲੱਗਣ ਤੋਂ ਬਾਅਦ। ਜੇ ਮੈਂ ਜਰਮਨ ਦੀ ਗੱਲ ਕਰਾਂ, ਕਾਲਜ ਦੀ ਫੀਸ ਜਾਣੀ ਵੀਜ਼ਾ ਲੱਗਣ ਤੋਂ ਬਾਅਦ। ਸੋ ਯੂਰਪ 'ਚ ਬਹੁਤ ਸਾਰੀਆਂ ਇਹੋ ਜਿਹੀ ਕੰਟਰੀਜ਼ ਨੇ ਜਿਸ 'ਚ ਪੈਕੇਜ ਪੋਸੀਬਲ ਹੈ। ਪਰ ਵਰਡ ਧਿਆਨ ਨਾਲ ਸਮਝਣ ਦੀ ਲੋੜ ਆ। ਪੈਕੇਜ ਇਹ ਨਹੀਂ ਕਿ ਮੈਂ ਤੁਹਾਡੀ ਕਾਲਜ ਦੀ ਫੀਸ ਭਰ ਰਿਹਾ ਜਾਂ ਮੈਂ ਤੁਹਾਡੀ ਐਮਬੈਸੀ ਫੀਸ ਭਰ ਰਿਹਾ। ਪੈਕੇਜ ਇਹ ਕਿ ਤੁਹਾਡੀ ਕਾਲਜ ਦੀ ਫੀਸ ਤੇ ਸਾਡੀ ਕੰਪਨੀ ਦੀ ਫੀਸ, ਜੋ ਵੀ ਤੁਹਾਡੇ ਤੋਂ ਅਸੀਂ 50,000 ਲੱਖ ਲੈਣੀ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਪਰ ਜਿਹੜੇ ਪਹਿਲਾਂ ਖਰਚੇ ਕਰਨੇ ਆ, ਐਮਬੈਸੀ ਫੀਸ ਤਾਂ ਭਰਨੀ ਪੈਣੀ ਹੈ, ਇੰਸ਼ੋਰੈਂਸ 5-7 ਹਜ਼ਾਰ ਭਰਨੀ ਪੈਣੀ ਹੈ, ਤੁਸੀਂ ਪੇਪਰ ਪੋਸਟ ਕਰਾਉਣੇ ਆ ਭਰਨੇ ਪੈਣੇ ਆ। ਹੁਣ ਆਸਟ੍ਰੇਲੀਆ 'ਚ ਤੁਸੀਂ 20-25 ਲੱਖ ਰੁਪਏ ਫੰਡ ਸ਼ੋਅ ਕਰਨਾ, ਬੱਚਾ ਕਹਿੰਦਾ ਜੀ ਮੇਰੇ ਕੋਲ ਫੰਡ ਸ਼ੋਅ ਕਰਨ ਨੂੰ ਨਹੀਂ ਹੈਗੇ, ਤੁਸੀਂ ਪੈਕੇਜ ਕਰ ਲਓ। ਕੰਸਲਟੈਂਟ ਉਹ ਵੀ ਕਰਨ ਨੂੰ ਤਿਆਰ ਹੋ ਜਾਂਦਾ। ਕੋਈ ਐਮਬੈਸੀ ਕਹਿੰਦੀ ਕਿ ਤੁਸੀਂ ਆਪਣੇ ਫੰਡ ਕਿਸੇ ਕੰਸਲਟੈਂਟ ਸ਼ੋਅ ਲਿਖ ਕੇ ਦਿਖਾਓ ਫਾਈਲ ਦੇ ਵਿੱਚ ਕਿ ਫੰਡ ਮੇਰੇ ਕੰਸਲਟੈਂਟ ਸ਼ੋਅ ਕੀਤੇ ਆ, ਵੀਜ਼ਾ ਲਵਾ ਕੇ ਦਿਖਾ ਦਿਓ ਮੈਨੂੰ। ਸੋ ਗਲਤ ਪ੍ਰੇਰਤਾ ਦੋਸਤੋ, ਅਗਰ ਕੋਈ ਸੂਝਵਾਨ ਦਰਸ਼ਕ ਇਹ ਵੀਡੀਓ ਨੂੰ ਵੇਖ ਰਿਹਾ, ਧਿਆਨ ਨਾਲ ਸੁਣੋ, ਸਮਝੋ, ਅੱਗੇ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ। ਜਿਹੜੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕਰਦੇ ਨੇ, ਯੈਸ ਕੰਸਲਟੈਂਟ ਦੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦਿਓ। ਪਰ ਜਿੱਥੇ ਤੁਸੀਂ ਕਾਲਜ ਯੂਨੀਵਰਸਿਟੀ 'ਚ ਪੜ੍ਹਨ ਜਾ ਰਹੇ ਹੋ, ਜਿੱਥੇ ਰੂਲ ਕਹਿੰਦਾ ਕਿ ਤੁਹਾਨੂੰ ਉਸ ਯੂਨੀਵਰਸਿਟੀ ਦੀ ਫੀਸ ਭਰਨੀ ਪੈਣੀ ਹੈ, ਕੈਨੇਡਾ 'ਚ GSE ਭਰਨਾ ਪੈਣਾ, ਉੱਥੇ ਆਪਣੇ ਖਾਤਿਆਂ 'ਚ ਪੈਸੇ ਆਪ ਪੇ ਕਰੋ। ਇੱਕ ਬੱਚੇ ਨੂੰ ਪਤਾ ਕਿ ਮੇਰੀ ਪ੍ਰੋਫਾਈਲ ਐਲੀਜੀਬਲ ਆ। ਅੱਜ ਅਸੀਂ ਇੰਨੇ ਕੁ ਸ਼ੋਅ ਇਸ ਮੰਚ ਤੇ ਕਰ ਚੁੱਕੇ ਹਾਂ, ਹੋਰ ਵੀ ਬਥੇਰੇ ਚੰਗੇ ਗੈਸਟ ਇਸ ਮੰਚ ਤੇ ਆਉਂਦੇ ਆ, ਚੰਗੀਆਂ ਗੱਲਾਂ ਕਰਦੇ ਨੇ। ਇੱਕ ਬੱਚੇ ਨੂੰ ਘਰੇ ਬੈਠੇ ਰਣਵੀਰ ਭਾਜੀ ਪਤਾ ਹੈ ਕਿ ਮੈਂ ਐਲੀਜੀਬਲ ਹਾਂ ਕਿ ਨਹੀਂ ਹੈ। ਬੱਚਾ ਉਹੀ ਲਾਲਚ ਕਰਦਾ, ਉਹੀ ਪੈਕੇਜ ਚੱਕਰ 'ਚ ਪੈਂਦਾ ਜਿਹਨੂੰ ਪਤਾ ਕਿ ਮੇਰਾ ਵੀਜ਼ਾ ਨਹੀਂ ਆਉਣਾ। ਚੱਲ ਆਪਾਂ ਮੜੀ ਗੇਮ ਖੇਡ ਕੇ ਵੇਖਦੇ, ਕੰਸਲਟੈਂਟ ਨਾਲ ਪੈਕੇਜ ਖੇਡ ਕੇ ਵੇਖਦੇ ਹਾਂ। ਜਦੋਂ ਤੁਹਾਨੂੰ ਪਤਾ ਤੁਹਾਡੇ 6 ਬੈਂਡ ਆਇਲਟਸ ਚੋਂ ਆ, 1 ਚੋਂ 5.5 ਬੈਂਡ ਦਾ ਵੀਜ਼ਾ ਆਉਂਦਾ, 2 ਚੋਂ 5.5 ਬੈਂਡ ਦਾ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ, ਤੁਹਾਨੂੰ ਪਤਾ ਤੁਹਾਡੀ ਪੜ੍ਹਾਈ 'ਚ 4-5 ਸਾਲ ਦਾ ਗੈਪ ਆ, ਤੁਹਾਨੂੰ ਆਸਟ੍ਰੇਲੀਆ ਨੇ ਵੀਜ਼ਾ ਨਹੀਂ ਦੇਣਾ, ਉਦੋਂ ਤੁਸੀਂ ਆਪਣੇ ਝੂਠੇ ਸੁਪਨਿਆਂ ਨੂੰ ਕਿਤੇ ਨਾ ਕਿਤੇ ਕੰਸਲਟੈਂਟ ਦੇ ਟੇਬਲ ਤੇ ਰੱਖ ਦਿੰਦੇ ਹੋ ਕਿ ਸ਼ਾਇਦ ਪੂਰੇ ਹੋ ਜਾਣ। ਤੇ ਉਦੋਂ ਕੰਸਲਟੈਂਟ ਵੀ ਜੋ ਦੁਨੀਆ ਭਰ ਦਾ ਜਾਲੀ ਪੇਪਰ ਲਾ ਕੇ ਤੁਹਾਡੀ ਫਾਈਲ 'ਚ ਤੁਹਾਡਾ ਵੀਜ਼ਾ ਅਪਲਾਈ ਕਰਦਾ। 10 ਪਿੱਛੇ 4 ਵੀਜ਼ੇ ਆਉਂਦੇ, 6 ਰਿਫਿਊਜ਼ਲਾਂ ਆਉਂਦੀਆਂ। ਜਿਹੜੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ, ਬੱਚਾ ਬੋਲਦਾ ਹੀ ਕੁਛ ਨਹੀਂ, ਕਿਉਂਕਿ ਬੱਚੇ ਨੇ ਪੈਸਾ ਨਹੀਂ ਦਿੱਤਾ ਹੁੰਦਾ। ਬਟ ਇਹ ਨਾ ਸੋਚੋ ਤੁਸੀਂ ਬੋਲਿਆ ਕੁਛ ਨਹੀਂ, ਤੁਹਾਨੂੰ ਪਤਾ ਕੁਛ ਨਹੀਂ, ਪਤਾ ਸਾਰਾ ਕੁਝ ਬੱਚੇ ਨੂੰ ਹੁੰਦਾ। ਦੁਬਾਰਾ ਕਿਸੇ ਹੋਰ ਕੰਸਲਟੈਂਟ ਕੋਲ ਜਾ ਕੇ ਆਪਦਾ ਕੇਸ ਅਪਲਾਈ ਕਰਨ ਜੋਗੇ ਨਹੀਂ ਰਹਿ ਜਾਓਗੇ, ਕਿਉਂਕਿ ਦੁਨੀਆ ਭਰ ਦੇ ਜਾਲੀ ਪੇਪਰ ਲਾ ਕੇ ਤੁਹਾਡਾ ਕੇਸ ਰਿਫਿਊਜ਼ ਕਰਾ ਦਿੱਤਾ ਜਾਂਦਾ। ਸੋ ਪੈਕੇਜ ਦੇ ਚੱਕਰਾਂ ਤੋਂ ਬਚੋ, ਚਾਹੇ UK ਹੈ, ਚਾਹੇ ਆਸਟ੍ਰੇਲੀਆ, ਚਾਹੇ ਕੈਨੇਡਾ। ਆਪਦੀ ਯੂਨੀਵਰਸਿਟੀ ਦੀ ਫੀਸ, ਆਪਦੀ ਐਮਬੈਸੀ ਫੀਸ ਆਪ ਪੇ ਕਰੋ। ਜਿਹੜਾ ਤੁਹਾਡਾ ਖਰਚਾ 10 ਲੱਖ ਹੋਣਾ, ਉਹ ਤੁਸੀਂ 15 ਲੱਖ 5 ਲੱਖ ਫਾਲਤੂ ਪੇ ਕਰਕੇ ਕਿਸੇ ਕੰਸਲਟੈਂਟ ਦਾ ਢਿੱਡ ਨਾ ਭਰੋ। ਤੁਸੀਂ ਮਾਲਟਾ ਦਾ ਜ਼ਿਕਰ ਕੀਤਾ, ਫਰਾਂਸ ਦਾ ਜ਼ਿਕਰ ਕੀਤਾ ਕਿ ਇਹ ਦੇਸ਼ ਸ਼ੁਰੂ ਹੋ ਗਿਆ, ਕਿਉਂਕਿ ਵੈਸੇ ਐਗਜ਼ਾਮਪਲ ਦੇ ਰਹੇ ਸੀ ਤੁਸੀਂ। ਭਾਜੀ ਫਰਾਂਸ ਦੀਆਂ ਫਾਈਲਸ ਤਾਂ ਲੱਗ ਰਹੀਆਂ, VFS ਓਪਨ ਨੇ। ਮਾਲਟਾ ਤੇ VFS ਹਲੇ ਓਪਨ ਨਹੀਂ ਹੋਈ। ਉਮੀਦ ਕਰਦਾ ਕਿ 1 ਨਵੰਬਰ ਤੋਂ ਪਹਿਲਾਂ ਓਪਨ ਹੋ ਜਾਣਗੇ, ਜਿੰਨੀ ਕਿ ਸਾਡੀ ਯੂਨੀਵਰਸਿਟੀ ਕਾਲਜ ਨਾਲ ਗੱਲਬਾਤ ਹੋਈ। ਬਟ ਫਿਰ ਵੀ ਜਿਹੜੇ ਜਨਵਰੀ ਇਨਟੇਕ ਦੇ ਦਾਖਲੇ ਖੁੱਲੇ ਆ, ਬੱਚਿਆਂ ਦੀ ਪੜ੍ਹਾਈ 'ਚ 5 ਤੋਂ 10 ਸਾਲ ਦਾ ਗੈਪ ਹੈ, ਤੁਸੀਂ ਮਾਲਟਾ ਪੜ੍ਹਨ ਜਾ ਸਕਦੇ ਹੋ। ਤੁਹਾਡੀ ਫੀਸ ਜਿਹੜੀ ਹੈ 6000 ਯੂਰੋ ਤੋਂ ਇੱਕ ਚੰਗੇ ਕਾਲਜ ਸ਼ੁਰੂ ਹੋ ਜਾਂਦੀ ਹੈ। ਬਥੇਰੇ ਲਗਭਗ 15 ਤੋਂ 20 ਕਾਲਜ ਸਾਡੇ ਕੋਲ ਹੈ, ਜਿਸ 'ਚ 6000 ਯੂਰੋ ਤੋਂ ਲੈ ਕੇ 7500 ਯੂਰੋ ਫੀਸ ਹੈ। ਤੁਸੀਂ 85-86 ਰੁਪਏ ਨਾਲ ਗੁਣਾ ਕਰ ਲਓ, ਕੰਪਨੀ ਦੀ ਫੀਸ 50,000 ਲੱਖ ਲਾ ਲਓ, ਤੁਸੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣੀ। ਬਟ ਯੈਸ, ਕਈ ਕਾਲਜ ਯੂਨੀਵਰਸਿਟੀ ਤੁਹਾਡੇ ਕੋਲ ਪਹਿਲਾਂ ਡਰਾਫਟ ਲੈਂਦੇ ਆ, ਤੁਸੀਂ ਕਾਲਜ ਨਾਮ ਤੇ ਡਰਾਫਟ ਬਣਾਉਣਾ, ਜਿੰਨੀ ਤੁਹਾਡੀ ਫੀਸ ਹੈ ਆਫਰ ਲੈਟਰ ਆਉਣ ਤੋਂ ਬਾਅਦ ਡਰਾਫਟ ਦੀ ਫੋਟੋਕਾਪੀ ਕਾਲਜ 'ਚ ਭੇਜਣੀ ਹੈ। ਜਦੋਂ ਐਮਬੈਸੀ ਫਾਈਲ ਲੱਗਣੀ, ਸਕੈਨ ਕਾਪੀ ਨਾਲ ਲੱਗਣੀ ਹੈ। ਓਰੀਜਨਲ ਡਰਾਫਟ ਆਪਣੇ ਕੋਲ ਰੱਖੋ, ਜਦੋਂ ਵੀਜ਼ਾ ਲੱਗਦਾ ਡਰਾਫਟ ਤੁਸੀਂ ਕੰਸਲਟੈਂਟ ਨੂੰ ਦੇ ਕੇ ਆਪਣੀ ਫੀਸ ਪੇ ਕਰ ਸਕਦੇ ਹੋ। ਕਈ ਕਾਲਜ ਯੂਨੀਵਰਸਿਟੀ ਇਹੋ ਜਿਹੇ ਨੇ ਜਿਹੜੇ 200 ਤੋਂ ਲੈ ਕੇ 300 ਯੂਰੋ ਪਹਿਲਾਂ ਆਫਰ ਲੈਟਰ ਆਉਣ ਤੋਂ ਬਾਅਦ ਤੁਹਾਨੂੰ ਲੈਟਰ ਆਫ ਐਕਸੈਪਟੈਂਸ ਦਾ ਚਾਰਜ ਕਰਦੇ ਆ, ਬਾਕੀ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ। ਫੋਰ ਐਗਜ਼ਾਮਪਲ 6000 ਯੂਰੋ ਫੀਸ ਹੈ, 200 ਯੂਰੋ ਪਹਿਲਾਂ ਲੈ ਲੈਣੀ ਹੈ, ਬਾਕੀ ਜਿਹੜੀ 5800 ਯੂਰੋ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਭਰ ਸਕਦੇ ਹੋ। ਯੈਸ, ਇਦਾਂ ਦੇ ਪੈਕੇਜ ਹੈਗੇ ਆ, ਉਹਦੇ 'ਚ ਕੋਈ ਤੁਹਾਨੂੰ 2-4 ਲੱਖ ਰੁਪਇਆ ਕਿਸੇ ਕੰਸਲਟੈਂਟ ਨੂੰ ਫਾਲਤੂ ਪੇ ਕਰਨ ਦੀ ਲੋੜ ਨਹੀਂ। ਸਾਡੀ ਕੰਪਨੀ ਦੀ ਫੀਸ ਵਿੱਚ ਅਸੀਂ 75% ਸਕਾਲਰਸ਼ਿਪ ਦੇ ਰਹੇ ਹਾਂ। ਅੱਜ ਬੱਚਾ 2018-19 ਵੀ ਪੜ੍ਹਿਆ, 6 ਬੈਂਡ ਬੱਚੇ ਦੇ ਈਚ ਹੈ, ਕੈਨੇਡਾ ਪਹਿਲਾਂ ਰਿਫਿਊਜ਼ ਨਹੀਂ ਹੈ। ਅਸੀਂ ਆਪਣੀ ਫੀਸ ਵਿੱਚ 75% ਸਕਾਲਰਸ਼ਿਪ ਦੇ ਰਹੇ ਹਾਂ, ਜਿੱਥੇ ਸਾਡੀ ਕੰਪਨੀ ਲੱਖ ਰੁਪਏ ਫੀਸ ਚਾਰਜ ਕਰਦੀ ਸੀ, ਕੇਵਲ 25,000 ਰੁਪਏ ਲੈ ਰਹੇ ਹੋ ਵੀ ਵੀਜ਼ਾ ਲੱਗਣ ਤੋਂ ਬਾਅਦ। ਯੈਸ,
ਪੈਕੇਜ ਕਰਨ ਦੀ ਲੋੜ ਹੀ ਕੋਈ ਨਹੀਂ। ਕਾਲਜ ਦੀ ਫੀਸ ਆਪ ਭਰੋ। ਹੁਣ ਤੁਸੀਂ ਟੋਰਾਂਟੋ ਪੜ੍ਹਨ ਜਾਂਦੇ ਹੋ, ਤੁਹਾਡੀ ਫੀਸ $16,000 9 ਲੱਖ ਰੁਪਏ ਬਣਦੀ ਹੈ। ਮੈਂ ਮੌਂਟਰੀਅਲ 'ਚ ਤੁਹਾਨੂੰ ਉਹੀ ਕਾਲਜ, ਚੰਗਾ ਕਾਲਜ ਜਿਹਦੇ ਕੋਲ ਪੜ੍ਹਾਈ ਕਰਕੇ 3 ਸਾਲ ਦਾ ਵਰਕ ਪਰਮਿਟ ਹੈ, ਮੈਂ 4 ਲੱਖ ਦੀ ਫੀਸ ਭਰਦਾ। 4 ਲੱਖ ਤੁਹਾਡੇ ਕਾਲਜ ਦੀ ਫੀਸ ਹੈ, 5.5-6 ਲੱਖ ਰੁਪਏ GAC ਭਰੋ। ਕੰਪਨੀ ਦੀ ਫੀਸ 25,000 ਲਾ ਲਓ, ਟੋਟਲ 10 ਲੱਖ 'ਚ ਕੈਨੇਡਾ ਪਹੁੰਚ ਜਾਓਗੇ, ਜਿਹ 'ਚ ਤੁਹਾਨੂੰ GAC 5.5 ਲੱਖ ਤੁਸੀਂ ਵਾਪਸ 4 ਹੀ ਦਿੱਤਾ, ਬਾਕੀ ਤਾਂ ਤੁਹਾਡੇ ਖਾਤੇ 'ਚ ਪਏ ਬਾਕੀ ਤੁਹਾਡੇ ਖਾਤੇ ਪਿਆ। ਹੁਣ ਇਹੋ ਬੱਚਾ ਅਗਰ ਟੋਰਾਂਟੋ ਪੜਨ ਜਾਂਦਾ, ਕਿਸੇ ਹੋਰ ਕਹਿੰਦਾ ਨਹੀਂ ਮੈਂ ਤਾਂ ਫਲਾਣੇ ਕਾਲਜ ਪੜ੍ਹਨਾ, ਮੇਰਾ ਮਾਸੀ ਦਾ ਮੁੰਡਾ ਉੱਥੇ ਪੜ੍ਹਦਾ ਸੀ, ਉੱਥੇ ਭਰੋ 8 ਤੋਂ 9 ਲੱਖ ਰੁਪਏ ਫੀਸ। ਹੁਣ ਜੇ ਕਿਸੇ ਬੱਚੇ ਦਾ ਮਕਸਦ ਡਿਪੈਂਡ ਕਰਦਾ ਤੁਸੀਂ ਕੁਆਲਿਟੀ ਆਫ ਐਜੂਕੇਸ਼ਨ ਕਿੱਦਾਂ ਦੀ ਚਾਹੁੰਦੇ ਹੋ। ਜੇ ਵਾਕਈ ਚੰਗੀ ਡਿਗਰੀ ਲੈਣੀ ਹੈ, ਯੂਨੀਵਰਸਿਟੀ ਆਫ ਟੋਰਾਂਟੋ ਪੜ੍ਹੋ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਪੜ੍ਹੋ, ਜਿੱਥੇ ਤੁਹਾਨੂੰ 30-40,000 ਫੀਸ ਭਰਨੀ ਹੈ। ਪਰ ਪੰਜਾਬ ਦੇ ਬੱਚੇ ਦਾ ਮਕਸਦ ਭਾਜੀ ਪੜ੍ਹਾਈ ਦੇ ਨਾਲ ਨਾਲ ਛੇਤੀ ਸੈਟਲਮੈਂਟ ਕਰਨਾ ਹੁੰਦਾ। ਸੋ ਛੇਤੀ ਸੈਟਲਮੈਂਟ ਚਾਹੁੰਦੇ ਹੋ, ਕੈਨੇਡਾ 'ਚ ਕਈ ਇਹੋ ਜਿਹੇ ਪ੍ਰੋਵਿੰਸ ਹੈ, ਜਿਵੇਂ ਕਿਊਬਿਕ ਦੀ ਗੱਲ ਕਰੀਏ, ਜਿੱਥੇ ਪੜ੍ਹਾਈ ਦੇ ਨਾਲ ਤੁਹਾਨੂੰ ਸਰਕਾਰ ਫ੍ਰੈਂਚ ਫ੍ਰੀ ਪੜ੍ਹਾਉਂਦੀ ਹੈ, $210 ਹਫ਼ਤੇ ਦੇ, ਯਾਨੀ ਕਿ $840 ਮਹੀਨੇ ਦੇ ਨਾਲ ਬੈਨੀਫਿਟ ਦਿੰਦੀ ਹੈ। ਫੀਸਾਂ ਬਾਕੀ ਪ੍ਰੋਵਿੰਸ ਨਾਲੋਂ ਅੱਧੀਆਂ ਨੇ ਤੁਹਾਡੀਆਂ। ਜਿੱਥੇ ਤੁਸੀਂ 2 ਸਾਲ 'ਚ 20 ਲੱਖ ਫੀਸ ਪੇ ਕਰਨੀ, ਉੱਥੇ 2 ਸਾਲ 'ਚ 10 ਲੱਖ ਰੁਪਏ ਫੀਸ ਪੇ ਕਰਕੇ ਆਪਣੀ ਪੜ੍ਹਾਈ ਖਤਮ ਕਰ ਸਕਦੇ ਹੋ। ਸੋ ਕਈ ਇਹੋ ਜਿਹੀ ਓਪਰਚੁਨਿਟੀ ਨੇ ਜਿਹੜੀ 'ਚ ਤੁਹਾਨੂੰ ਇੱਕ ਚੰਗੇ ਕੰਸਲਟੈਂਟ ਨਾਲ ਸਲਾਹ ਮਸ਼ਵਰਾ ਕਰਕੇ ਸਲਾਹ ਲੈਣ ਦੀ ਲੋੜ ਆ। ਇੱਕੋ ਬੇਨਤੀ ਬੱਚਿਆਂ ਬਾਰੇ, ਉਹਨਾਂ ਦੇ ਮਾਪਿਓ ਨੂੰ ਜਿਹੜੇ ਵਾਕਈ ਬਾਹਰ ਜਾ ਕੇ ਇੱਕ ਚੰਗਾ ਭਵਿੱਖ ਬਣਾਉਣਾ ਚਾਹੁੰਦੇ, ਇੱਕ ਕੰਸਲਟੈਂਟ ਕੋਲ ਜਾਓ, 10 ਕੰਸਲਟੈਂਟ ਕੋਲ ਜਾਓ। ਮੇਰੇ ਦਫ਼ਤਰ 'ਚ ਉਦੋਂ ਆਇਓ ਜਦੋਂ ਹੋਰ 9 ਕੰਸਲਟੈਂਟ ਕੋਲ ਜਾਓਗੇ, ਸਾਰਿਆਂ ਦਾ ਸਲਾਹ ਮਸ਼ਵਰਾ ਲਓ। ਉਸ ਤੋਂ ਬਾਅਦ ਪੇਪਰ ਤੇ ਨੋਟ ਕਰੋ ਕਿ ਕਿਹੜੇ ਕੰਸਲਟੈਂਟ ਨੇ ਕੀ ਦੱਸਿਆ। ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਫੈਸਲਾ, ਆਪਣੇ ਭਵਿੱਖ ਦਾ ਫੈਸਲਾ ਕਿ ਚੰਗੇ ਕੰਸਲਟੈਂਟ ਦਿਓ ਜੋ ਤੁਹਾਡੇ ਭਵਿੱਖ ਨਾਲ ਤੁਹਾਨੂੰ ਚੰਗੀ ਸਟੈਪ ਦੇ ਸਕੇ, ਨਾ ਕਿ ਕੇਵਲ ਵੀਜ਼ੇ ਪਿੱਛੇ ਤੇ ਵੀਜ਼ਾ ਲੱਗ ਜਾਏਗਾ ਜੀ। ਟੇਬਲ ਤੇ ਬੈਠ ਕੇ ਜਦੋਂ ਮੈਡਮ ਜਾਂ ਕੋਈ ਕੰਸਲਟੈਂਟ ਸਮਝਾਉਂਦਾ, ਪੇਪਰ ਦੇ ਉੱਤੇ ਤੁਹਾਨੂੰ ਉਹਨੇ ਕੈਨੇਡਾ ਦੇ ਵਿੱਚ ਟੋਰਾਂਟੋ, ਬਰੈਂਪਟਨ ਸਾਰੇ ਪਾਸੇ ਪਹੁੰਚਾ ਦੇਣਾ, ਪਰ ਪੇਪਰ ਦੇ ਉੱਤੇ ਲਿਖਣ ਦੇ ਨਾਲ ਵੀਜ਼ੇ ਨਹੀਂ ਲੱਗਣੇ। ਪੇਪਰ ਦੇ ਉੱਤੇ ਲਿਖਣ ਦੇ ਨਾਲ ਭਵਿੱਖ ਨਹੀਂ ਬਣਨੇ। ਭਵਿੱਖ ਬਣਨੇ ਕਿ ਚੰਗੀ ਐਜੂਕੇਸ਼ਨ ਲੈਣ ਦੇ ਨਾਲ। ਮੈਂ ਓਵਰਸੀ ਐਜੂਕੇਸ਼ਨ ਇੰਡਸਟਰੀ ਨੂੰ ਬਿਲੋਂਗ ਕਰਦਾ 14 ਸਾਲਾਂ ਤੋਂ। ਚੰਗੀ ਐਜੂਕੇਸ਼ਨ, ਚੰਗਾ ਕੋਰਸ ਤੁਹਾਨੂੰ ਕਿ ਚੰਗਾ ਭਵਿੱਖ ਦੇ ਸਕਦਾ ਹੈ। ਕੇਵਲ ਵੀਜ਼ੇ ਪਿੱਛੇ ਕਿਸੇ ਕੰਸਲਟੈਂਟ ਦੇ ਦਫ਼ਤਰ ਚੱਕਰ ਮਾਰਦੇ ਹੋ ਤਾਂ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ। ਚੰਗੀ ਪੜ੍ਹਾਈ ਦੇ ਨਾਲ ਲੈ ਕੇ ਜਾਓਗੇ, ਅੱਜ ਵੀ ਤਰੇ ਤੇ ਕੱਲ੍ਹ ਵੀ ਤਰੇ। ਬੜੀਆਂ ਕੰਪਨੀਆਂ ਧਿਆਨ ਕਰੋ, ਲੋਕਡਾਊਨ ਦੇ ਦੌਰਾਨ ਅਲੋਪ ਹੋ ਗਈਆਂ, ਜਿਹੜੀਆਂ ਫੁੱਲ ਪੈਜ ਐਡਸ ਦਿੰਦੀਆਂ ਸੀਗੀਆਂ, ਜਿਨ੍ਹਾਂ ਨੇ ਪਿਰਤਾਂ ਪਾਈਆਂ। ਸਾਰੇ ਪੈਸੇ ਵੀਜ਼ੇ ਤੋਂ ਬਾਅਦ ਪੈਸੇ ਲੈਣ ਵਾਲੇ, ਕੰਸਲਟੈਂਸੀ ਲੈਣ ਵਾਲੇ ਠੱਗ ਨੇ ਜੀ, ਜੋ ਕਹਿੰਦੇ ਸੀਗੇ, ਅੱਜ ਕਿੱਥੇ ਨੇ ਉਹ? ਬਿਲਕੁਲ, ਕਿਉਂਕਿ ਅੱਜ ਪਤਾ ਹੈ ਇੱਕ ਜੈਨੂਇਨ ਕੰਸਲਟੈਂਟਸ ਦਾ ਵੇਲਾ ਹੈ। ਅੱਜ ਤੁਸੀਂ ਉਸ ਤਰ੍ਹਾਂ ਦੀ ਜਿਹੜੀ ਫਾਈਲ ਸੀ 2019 ਦੇ ਵਿੱਚ ਲਾਉਂਦੇ ਸੀ, 20 'ਚ ਨਹੀਂ ਲੱਗੀ ਲੋਕਡਾਊਨ ਦੇ ਦੌਰਾਨ। ਜਿਵੇਂ ਕਹਿੰਦੇ ਨੇ ਕਿ ਨਤਾਰਾ ਹੋ ਗਿਆ। ਹੁਣ ਇੱਕ ਚੰਗਾ ਕੰਸਲਟੈਂਟ ਜਦੋਂ ਤੁਹਾਡਾ ਅਪਲਾਈ ਕਰੂਗਾ ਚੰਗੇ ਕਾਲਜ, ਚੰਗੇ ਕੋਰਸ ਦੇ ਵਿੱਚ, ਤਾਂ ਹੀ AIP ਹੋਣਾ ਹੈਗਾ। ਪੈਕੇਜ ਨੇ ਥੋੜਾ AIP ਦਵਾਉਣਾ। ਬਹੁਤ ਸਾਰੀਆਂ ਇਹੋ ਜਿਹੀ ਕੰਪਨੀਆਂ ਜਿਨ੍ਹਾਂ ਕੋਲ ਕਿਰਾਏ ਨਹੀਂ ਨਿਕਲੇ, ਜਿਹਦੇ 8-8, 10-10 ਦਫ਼ਤਰ ਸੀਗੇ, ਅੱਜ ਦਫ਼ਤਰ ਬੰਦ ਕਰਕੇ ਸਿਰਫ ਆਨਲਾਈਨ ਉਹ ਕੰਮ ਕਰ ਰਹੇ ਆ। ਪਰ RS ਗਲੋਬਲ ਅੱਜ ਵੀ ਮਾਣ ਨਾਲ ਛਾਤੀ ਠੋਕ ਕੇ ਕਹਿੰਦਾ, ਜਲੰਧਰ ਹੋਵੇ, ਮੋਹਾਲੀ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਆਪਦੀ ਬਿਲਡਿੰਗਸ ਨੇ, ਆਪਦੇ ਦਫ਼ਤਰ ਆ। ਐਂਡ ਅੱਜ ਪੂਰੇ ਸਟਾਫ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ। ਭਾਵੇਂ ਦਫ਼ਤਰਾਂ 'ਚ ਕੰਮਕਾਰ ਘੱਟ ਹੈ, ਕਾਰੋਬਾਰ ਘੱਟ ਹੈ, ਬਟ ਫਿਰ ਵੀ ਜਿਹੜੇ ਪੁਰਾਣੇ ਬੰਦੇ ਬੈਠੇ ਨਾ, ਉਹ ਅੱਜ ਵੀ ਦਫ਼ਤਰਾਂ 'ਚ ਬੈਠ ਕੇ ਕੰਮ ਕਰ ਰਹੇ, ਲੋਕਾਂ ਦੀ ਸੇਵਾ ਕਰ ਰਹੇ। ਯੈਸ, ਹਾਲੇ ਆਸਟ੍ਰੇਲੀਆ ਦੀਆਂ ਫਲਾਈਟਸ ਬੰਦ ਆ, ਕੈਨੇਡਾ ਦੀਆਂ ਫਲਾਈਟਸ ਬੰਦ ਆ, ਉਮੀਦ ਕਰਦੇ ਛੇਤੀ ਖੁੱਲ੍ਹ ਜਾਣਗੀਆਂ। ਪਰ ਜਿਹੜਾ ਕਿ ਸਿਆਣਾ ਸੂਝਵਾਨ ਸਟੂਡੈਂਟ ਆ ਨਾ, ਜਿਹਨੇ ਆਪਣੇ ਪੜ੍ਹਾਈ ਦੇ ਨਾਲ ਆਪਣੇ ਭਵਿੱਖ ਨਾਲ ਖਿਲਵਾੜ ਨਹੀਂ ਕਰਨਾ, ਉਹਨੇ ਲੋਕਡਾਊਨ ਦੇ ਵਿੱਚ ਹੀ ਵੀਜ਼ੇ ਅਪਲਾਈ ਕਰਕੇ ਅੱਜ ਵੀਜ਼ੇ ਲੈ ਕੇ ਘਰੇ ਬੈਠੇ ਆ। ਜਿਹੜੇ ਬੱਚੇ ਘਰੇ ਬੈਠੇ ਆਨਲਾਈਨ ਐਜੂਕੇਸ਼ਨ ਲੈ ਰਹੇ, ਆਪਣਾ ਸਮਾਂ ਬਚਾ ਰਹੇ, ਕਿਉਂਕਿ ਕੈਨੇਡਾ ਗਵਰਨਮੈਂਟ ਨੇ ਕਿਹਾ ਤੁਸੀਂ 50% ਐਜੂਕੇਸ਼ਨ ਆਪਣੀ ਇੰਡੀਆ 'ਚ ਬੈਠ ਕੇ ਲੈਂਦੇ ਹੋ ਤਾਂ ਵੀ ਤੁਹਾਡੇ ਪੜ੍ਹਾਈ ਦੇ ਵਰਕ ਪਰਮਿਟ 'ਤੇ ਤੁਹਾਨੂੰ ਕੋਈ ਫਰਕ ਨਹੀਂ ਪਏਗਾ। ਸੋ ਜਿਹੜੇ ਚੰਗੇ ਸਟੂਡੈਂਟ ਆ, ਹਮੇਸ਼ਾ ਹਰ ਕੰਸਲਟੈਂਟ ਨੂੰ ਦੀ ਲੋੜ ਰਹਿੰਦੀ ਹੈ। ਸੋ RS ਗਲੋਬਲ ਅੱਜ ਇਸ ਮੰਚ ਦੇ ਨਾਲ ਇੰਨੀ ਜ਼ਰੂਰ ਅਨਾਊਂਸਮੈਂਟ ਕਰ ਰਿਹਾ ਕਿ RS ਗਲੋਬਲ 'ਚ ਚਾਹੇ ਤੁਸੀਂ ਆਸਟ੍ਰੇਲੀਆ ਦੀ ਫਾਈਲ ਲਾਉਣੀ, ਚਾਹੇ UK ਦੀ ਲਾਉਣੀ, ਚਾਹੇ ਕੈਨੇਡਾ ਲਾਉਣੀ, ਚਾਹੇ ਯੂਰਪ ਲਾਉਣੀ, ਹਰ ਕੰਟਰੀ ਵਿੱਚ ਜਿਹੜੇ ਪੈਰਾਮੀਟਰ ਅਸੀਂ ਸੈੱਟ ਕੀਤੇ, ਅਗਰ ਉਹਨਾਂ ਪੈਰਾਮੀਟਰ ਪੂਰੇ ਹੁੰਦੇ ਹੋ, ਤੁਹਾਨੂੰ 75% ਤੱਕ ਫੀਸ ਸਕਾਲਰਸ਼ਿਪ ਨਾਲ ਦੇ ਰਹੇ ਹਾਂ। ਅਸੀਂ ਕੋਵਿਡ ਕਰਕੇ, ਕਿਉਂਕਿ ਕੁਛ ਕਿਸਾਨਾਂ ਦੀ ਮਦਦ, ਕਿਉਂਕਿ ਅਸੀਂ ਇੱਕ ਥਾਂ ਬੋਲਿਆ ਵੀ ਸੀ ਕਿ ਜਿਹੜੇ ਬੱਚੇ ਕਿਸਾਨਾਂ ਦੇ ਖੇਤੀਬਾੜੀ ਨਾਲ ਬਿਲੋਂਗ ਕਰਦੇ ਆ, ਇਸ ਟਾਈਮ ਜਿਹੜੇ ਜੋ ਸੜਕਾਂ 'ਤੇ ਰੋਸ ਮੁਜ਼ਾਹਰਾ ਕਰ ਰਹੇ ਆ, ਉਹਨਾਂ ਨੂੰ ਸਪੋਰਟ ਕਰਨ ਲਈ RS ਗਲੋਬਲ ਕਿਸਾਨਾਂ ਦੇ ਬੱਚਿਆਂ ਲਈ, ਜ਼ਿਮੀਂਦਾਰਾਂ ਦੇ ਬੱਚਿਆਂ ਲਈ 75% ਤੱਕ ਫੀਸ ਵੀ ਸਕਾਲਰਸ਼ਿਪ ਨਾਲ ਦੇ ਰਿਹਾ। ਠੀਕ ਹੈ, ਸਾਰੀ ਉਮਰ 14 ਸਾਲ ਤੋਂ ਪੈਸੇ ਕਮਾ ਰਹੇ ਹਾਂ, ਜੇ 6 ਮਹੀਨੇ ਪੈਸੇ ਨਹੀਂ ਵੀ ਕਮਾਵਾਂਗੇ ਜਾਂ ਘੱਟ ਕਮਾ ਲਾਂਗੇ, ਕੋਈ ਫਰਕ ਨਹੀਂ ਪੈ ਚੱਲਿਆ, ਬਾਬੇ ਨਾਨਕ ਦੀ ਬੜੀ ਕਿਰਪਾ। ਸੋ ਜਿਹੜੇ ਕਿਸਾਨਾਂ ਦੇ ਬੱਚੇ ਨੇ, ਗਰੀਬ ਪਰਿਵਾਰਾਂ ਦੇ ਬੱਚੇ ਨੇ, ਆਪਣੀ ਨਹੀਂ ਫੀਸਾਂ ਅਫੋਰਡ ਕਰ ਸਕਦੇ, ਅਸੀਂ ਆਪਣੀ ਫੀਸ ਵਿੱਚ 75% ਤੱਕ ਸਕਾਲਰਸ਼ਿਪ ਦੇ ਰਹੇ ਹਾਂ। ਆਸਟ੍ਰੇਲੀਆ 'ਚ ਸਾਡਾ ਦਫ਼ਤਰ ਆ, ਸਰਕਾਰੀ AL1 ਯੂਨੀਵਰਸਿਟੀ 'ਚ 30 ਤੋਂ ਲੈ ਕੇ 40% ਤੱਕ ਸਕਾਲਰਸ਼ਿਪ ਦੇਵਾਂਗੇ। ਕੈਨੇਡਾ ਵਿੱਚ ਜਿੱਥੇ ਤੁਹਾਡੀ 9 ਲੱਖ ਫੀਸ ਆ, ਉੱਥੇ 4 ਤੋਂ 4.5 ਲੱਖ ਵਾਲੀ ਫੀਸ ਵਿੱਚ ਵੀ ਕਾਲਜ ਭੇਜਾਂਗੇ, ਜਿੱਥੇ ਪੜ੍ਹਾਈ ਕਰਕੇ ਬਰਾਬਰ ਦੀ ਉਹੀ ਇਕੁਇਵੈਲੈਂਸੀ ਮਿਲਣੀ ਹੈ, ਉਹੀ ਗ੍ਰੇਡ ਮਿਲਣੇ ਆ, ਉਹੀ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲਣਾ ਹੈ। ਏਜੰਟ ਤੁਹਾਨੂੰ ਮਹਿੰਗੇ ਕਾਲਜ 'ਚ ਉਦੋਂ ਪਾਉਂਦਾ ਜਦੋਂ ਪਤਾ ਵੀ 15 ਤੋਂ 20% ਕਮਿਸ਼ਨ ਸਿੱਧਾ ਜੇਬ 'ਚ ਪਾਉਣਾ।
ਅਸੀਂ ਆਪਣੀ ਕਿਸੇ ਕਮਿਸ਼ਨ ਦੇ ਉੱਤੇ ਕੰਮ ਨਹੀਂ ਕਰਦੇ। ਅਸੀਂ ਆਪਣੀ ਫੀਸ 50,000 ਤੋਂ ਲੈ ਕੇ ਲੱਖ ਰੁਪਏ ਬੱਚੇ ਕੋ ਵੀਜ਼ਾ ਤੋਂ ਬਾਅਦ ਚਾਰਜ ਕਰਦੇ ਹਾਂ। ਬਟ ਇਸ ਕੋਵਿਡ ਦੇ ਹਾਲਾਤਾਂ ਵਿੱਚ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ, ਕਿਸਾਨਾਂ ਦੇ ਬੱਚਿਆਂ ਦੀ ਮਦਦ ਕਰਨ ਲਈ ਅਸੀਂ ਆਪਦੀ ਫੀਸ ਵਿੱਚ ਵੀ ਰਣਵੀਰ ਭਾਜੀ 75% ਸਕਾਲਰਸ਼ਿਪ ਦੇ ਦਿੱਤੀ। ਜਿੱਥੇ ਮੈਂ ਵੀਜ਼ਾ ਲੱਗਣ ਤੋਂ ਬਾਅਦ ਲੱਖ ਰੁਪਏ ਲੈਣਾ ਸੀ, ਉੱਥੇ ਕੇਵਲ ਵੀਜ਼ਾ ਲੱਗਣ ਤੋਂ ਬਾਅਦ 25,000 ਚਾਰਜ ਕਰਦੇ। ਅੱਛੀ ਸੋਚ ਹੈ, ਅੱਛਾ ਕੌਜ਼ ਹੈਗਾ ਜੀ। ਮਾਫੀ ਚਾਹਾਂਗੇ ਤੁਹਾਡੇ ਤੋਂ ਵੀ, ਤੁਹਾਨੂੰ ਟੋਕ ਰਿਹਾ ਔਰ ਉਹਨਾਂ ਤੋਂ ਵੀ ਜਿਨ੍ਹਾਂ ਦੀਆਂ 33 ਤੋਂ 34 ਮਿਸ ਕਾਲਾਂ ਇਸ ਵਕਤ ਫੋਨ ਸਕਰੀਨ ਤੇ ਨੇ। ਅਸੀਂ ਕਿਹਾ ਸੀ ਲਾਈਵ ਪ੍ਰੋਗਰਾਮ ਹੈ, ਬਟ ਮੁੱਦਾ ਹੀ ਬਹੁਤ ਹੌਟ ਸੀਗਾ। ਇਸ ਸ਼ੋਅ ਨੂੰ ਆਪ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਕੋਈ ਪੈਕੇਜ ਤੋਂ ਗਰੀਬ ਬੱਚਾ ਬਚ ਸਕੇ, 5-7 ਲੱਖ ਰੁਪਏ ਦਾ ਨੁਕਸਾਨ ਉਹਦਾ ਹੋਣੋਂ ਬਚ ਸਕੇ ਜਾਂ ਸਿਸਟਮ ਨੂੰ ਸਮਝ ਸਕੇ ਇਸ ਸ਼ੋਅ ਦੇ ਜ਼ਰੀਏ। ਤਾਂ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ। ਉਮੀਦ ਕਰਾਂਗੇ ਅੱਜ ਦਾ ਸ਼ੋਅ ਤੁਹਾਡੇ ਲਈ ਲਾਹੇਵੰਦ ਰਿਹਾ ਹੋਊਗਾ। ਧੰਨਵਾਦ, ਸਤਿ ਸ਼੍ਰੀ ਅਕਾਲ।